हेलो दोस्तों, मैं अवतार सिंह एक बार फिर तो आपका स्वागत करदा निश्चय एजुकेशन सर्विसेज ਦੇ ऑफिशियल YouTube ਚੈਨਲ ਦੇ ਉੱਤੇ। ਹਾਂਜੀ, ਤਾਂ ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਨੰਬਰ ਸਿਸਟਮ ਦੇ ਬਾਰੇ, ਜਿਸ ਦੇ ਵਿੱਚ ਅਸੀਂ ਬਾਈਨਰੀ ਨੰਬਰ ਸਿਸਟਮ, ਔਕਟਲ ਨੰਬਰ ਸਿਸਟਮ, ਹੈਕਸਾਡੈਸੀਮਲ ਨੰਬਰ ਸਿਸਟਮ ਤੇ ਡੈਸੀਮਲ ਨੰਬਰ ਸਿਸਟਮ ਦੇ ਬਾਰੇ ਜਾਣਿਆ ਸੀਗਾ। ਤੇ ਉਸ ਤੋਂ ਬਾਅਦ ਇਹਨਾਂ ਦੀਆਂ ਕਨਵਰਜਨਸ ਬਾਰੇ ਗੱਲ ਕੀਤੀ ਸੀ, ਜਿਸ ਦੇ ਵਿੱਚ ਅਸੀਂ ਡੈਸੀਮਲ ਨੂੰ ਕਿਸ ਤਰੀਕੇ ਨਾਲ दूसरे नंबर सिस्टम ਦੇ ਵਿੱਚ ਕਨਵਰਟ ਕਰ ਸਕਦੇ ਹਾਂ ਤਾਂ ਉਹ ਡਿਸਕਸ ਕੀਤਾ ਸੀ। ਤਾਂ ਬਚਦੀਆਂ ਹੋਈਆਂ ਕਨਵਰਜਨਸ ਅਸੀਂ ਅੱਜ ਦੇ ਆਪਣੇ ਵੀਡੀਓ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਡਿਸਕਸ ਕਰਨ ਜਾ ਰਹੇ ਹਾਂ ਬਾਈਨਰੀ ਨੰਬਰ ਸਿਸਟਮ ਦੇ ਬਾਰੇ ਕਿ ਅਸੀਂ ਆਪਣੇ ਬਾਈਨਰੀ ਨੰਬਰ ਸਿਸਟਮ ਦੀ ਇੱਕ ਵੈਲਿਊ ਨੂੰ ਕਿਸ ਤਰੀਕੇ ਨਾਲ ਦੂਸਰੇ ਨੰਬਰ ਸਿਸਟਮ ਦੀ ਵੈਲਿਊ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਤਾਂ ਇਹ ਸਾਡੇ ਕੋਲ ਇੱਕ ਬਾਈਨਰੀ ਵੈਲਿਊ ਹੈਗੀ 1011.101। बाइनरी की बेस वैल्यू 2 होंगी है जी, ते बाइनरी नंबर सिस्टम की जो रेंज है वो 0 तो लैके 1 के विचकार है। ते यह साडा एक बाइनरी नंबर सिस्टम है जो कि 1011.101 की एक एग्जांपल के तौर पे असीं लिया है। ते इसनूं असीं कन्वर्ट कर सकते हैं ऑक्टल नंबर सिस्टम दे विच, डेसिमल नंबर सिस्टम दे विच अते हेक्साडेसिमल नंबर दे सिस्टम दे विच। हाँ जी, ਅਸੀਂ ਹੁਣ ਸਭ ਤੋਂ ਪਹਿਲਾਂ ਇਹਨੂੰ ਕਨਵਰਟ ਕਰਾਂਗੇ ਇੱਕ ਬਾਈਨਰੀ ਨੰਬਰ ਨੂੰ ਔਕਟਲ ਦੇ ਵਿੱਚ ਕਿੱਦਾਂ ਕਨਵਰਟ ਕਰਨਾ ਹੈ। ਤਾਂ ਇਹ ਸਾਡਾ ਇੱਕ ਬਾਈਨਰੀ ਨੰਬਰ ਹੈ। ਔਕਟਲ ਨੰਬਰ ਦੀ ਬੇਸ ਵੈਲਿਊ 8 ਹੁੰਦੀ ਹੈ ਅਤੇ ਔਕਟਲ ਨੰਬਰ ਦੀ ਜੋ ਰੇਂਜ ਵੈਲਿਊ ਹੁੰਦੀ ਹੈ 0 ਤੋਂ ਲੈ ਕੇ 7 ਦੇ ਵਿੱਚ ਹੁੰਦੀ ਹੈ। ਯਾਨੀ ਕਿ ਇਸ ਨੂੰ ਅਗਰ ਅਸੀਂ ਕਨਵਰਟ ਕਰਾਂਗੇ ਤਾਂ ਇਹਦਾ ਆਨਸਰ ਸਾਡਾ 0 ਤੋਂ 7 ਦੇ ਵਿੱਚ ਆਏਗਾ। तो बाइनरी ਨੂੰ अगर ऑक्टल ਦੇ ਵਿੱਚ ਕਨਵਰਟ ਕਰਨਾ ਹੈ ਤਾਂ ਬਿਲਕੁਲ ਇੱਕ ਇਹਦਾ ਈਜ਼ੀ ਵੇ ਹੈ ਕਿ ਜੋ ਸਾਡੇ ਕੋਲ ਨੰਬਰ ਦਿੱਤਾ ਗਿਆ ਹੈ ਉਹਦੇ ਤਿੰਨ ਵੈਲਿਊ ਦੇ ਪੇਅਰ ਬਣਾਵਾਂਗੇ ਅਸੀਂ। ਇਹ ਹਮੇਸ਼ਾ ਯਾਦ ਰੱਖਿਓ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਡੈਸੀਮਲ ਪੁਆਇੰਟ ਤੋਂ ਇਸ ਸਾਈਡ ਵਾਲਾ ਪੋਰਸ਼ਨ ਅਲੱਗ ਤੋਂ ਸੋਲਵ ਹੋਏਗਾ, ਇਸ ਸਾਈਡ ਵਾਲਾ ਪੋਰਸ਼ਨ ਇੱਕ ਅਲੱਗ ਤੋਂ ਸੋਲਵ ਹੁੰਦਾ ਹੈ। ਤਾਂ ਡੈਸੀਮਲ ਤੋਂ ਲੈਫਟ ਸਾਈਡ ਵਾਲੀ ਤਿੰਨ ਵੈਲਿਊ ਦਾ ਇੱਕ ਪੋਰਸ਼ਨ ਬਣਾਓ, ਉਸ ਤੋਂ ਬਾਅਦ ਫੇਰ ਤੋਂ ਇੱਕ ਤਿੰਨ ਵੈਲਿਊ ਦਾ ਪੋਰਸ਼ਨ ਬਣਾਓ। ਅਗਰ ਤਿੰਨ ਵੈਲਿਊਜ਼ ਕੰਪਲੀਟ ਨਹੀਂ ਨੇ ਤਾਂ ਉਹਨਾਂ ਦੇ ਨਾਲ ਜ਼ੀਰੋ ਵੈਲਿਊਜ਼ ਐਡ ਕਰਕੇ ਇੱਕ ਪੇਅਰ ਨੂੰ ਕੰਪਲੀਟ ਕਰੋ। ਉਸ ਤੋਂ ਬਾਅਦ ਇਸ ਡਾਇਰੈਕਸ਼ਨ ਦੇ ਵਿੱਚ ਅਲੱਗ ਤੋਂ ਪੇਅਰ ਬਣਾਓ। ਇਹ ਆਪਣੇ ਆਪ ਵਿੱਚ ਇੱਕ ਪੂਰਾ ਤਿੰਨ ਵੈਲਿਊਜ਼ ਦਾ ਕੰਪਲੀਟ ਪੇਅਰ ਹੈ। ਤਾਂ ਹਾਂਜੀ ਦੋਸਤੋ, ਇੱਕ ਚੀਜ਼ ਹੋਰ ਦੇਖੋ ਕਿ ਜੋ ਸਾਡਾ ਬਾਈਨਰੀ ਨੰਬਰ ਹੈ, ਬਾਈਨਰੀ ਦੀ ਬੇਸ ਵੈਲਿਊ ਹੈ 2। ਤਾਂ ਅਸੀਂ ਜਦੋਂ ਵੀ ਲੈਫਟ ਸਾਈਡ ਵੱਲ ਮੂਵ ਕਰਦੇ ਹਾਂ ਸਾਡੀ ਪਾਵਰ ਹਮੇਸ਼ਾ ਇਨਕਰੀਜ਼ ਹੁੰਦੀ ਹੈ। ਤਾਂ ਜੋ ਸਾਡੀ ਪਹਿਲੀ ਵੈਲਿਊ ਹੈ 2 ਦੀ ਪਾਵਰ 0, 2 ਦੀ ਪਾਵਰ 1, 2 ਦੀ ਪਾਵਰ 2, 2 ਦੀ ਪਾਵਰ 0, 2 ਦੀ ਪਾਵਰ 1, 2 ਦੀ ਪਾਵਰ 2। ਤਾਂ ਇਸ ਤਰੀਕੇ ਨਾਲ ਹਰ ਪੇਅਰ ਦੀ ਵੈਲਿਊ ਰਿਪਰੈਜ਼ੈਂਟ ਕੀਤੀ ਜਾਂਦੀ ਹੈ। ਅਗਰ ਇਸ ਨੂੰ ਅਸੀਂ ਸੋਲਵ ਕਰਕੇ ਦੇਖੀਏ 2 ਦੀ ਪਾਵਰ 0, ਕਿਸੇ ਵੀ ਚੀਜ਼ ਦੀ ਪਾਵਰ ਅਗਰ 0 ਹੁੰਦੀ ਹੈ ਤਾਂ ਉਸ ਨੂੰ 1 ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। 2 ਦੀ ਪਾਵਰ 1 ਯਾਨੀ ਕਿ 2, 2 ਦੀ ਪਾਵਰ 2 ਯਾਨੀ ਕਿ 4। ਤਾਂ ਹਰ ਪੇਅਰ ਦੇ ਉੱਤੇ ਅਸੀਂ ਲਿਖ ਸਕਦੇ ਹਾਂ 4 2 1, 4 2 1। ਠੀਕ ਹੈ ਜੀ, ਇਹਨੂੰ ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਕਿ ਜੋ ਸਾਡੀ ਵੈਲਿਊਜ਼ ਨੇ ਹਰ ਪੇਅਰ ਦੀ ਵੈਲਿਊ 4 2 1, 4 2 1, 4 2 1। ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਜਿਸ पोजीशन ਦੇ ਉੱਤੇ ਸਾਡੀ 1 ਵੈਲਿਊ ਰਿਪਰੈਜ਼ੈਂਟ ਕੀਤੀ ਗਈ ਹੈ ਪੇਅਰ ਦੇ ਵਿੱਚ, ਉਹਨਾਂ ਵੈਲਿਊਜ਼ ਨੂੰ ਐਡ ਕਰਕੇ ਇੱਕ ਸਿੰਗਲ ਯੂਨਿਟ ਵੈਲਿਊ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ। ਇਸ ਪੇਅਰ ਦੀ ਵੈਲਿਊ ਕੀ ਆਏਗੀ? 2 + 1 ਦੇ ਨੀਚੇ 1 ਹੈ ਤੇ 4 ਦੇ ਨੀਚੇ 0 ਹੈ, ਤਾਂ ਅਸੀਂ 0 ਨੂੰ ਨੈਗਲੈਕਟ ਕਰ ਦਿਆਂਗੇ। 2 + 1 ਯਾਨੀ ਕਿ 3। ਇੱਥੇ ਸਿਰਫ 1 ਦੇ ਨੀਚੇ 1 ਹੈ, 2 ਤੇ 4 ਨੈਗਲੈਕਟ ਹੋਣਗੇ, 1 डेसिमल पॉइंट नीचे आएगा जी। 4 + 1 ਦੇ ਨੀਚੇ 1 ਹੈ ਤਾਂ ਇਹ ਹੋ ਗਈ ਤੁਹਾਡਾ 5। ਤੇ ਇਸ ਤਰੀਕੇ ਨਾਲ ਸਾਡੀ ਇੱਕ ਜੋ ਬਾਈਨਰੀ ਵੈਲਿਊ ਹੈ ਔਕਟਲ ਦੇ ਵਿੱਚ ਕਨਵਰਟ ਕੀਤੀ ਜਾ ਸਕਦੀ ਹੈ। ਯਾਨੀ ਕਿ ਜੋ ਸਾਡੀ ਇੱਕ ਬਾਈਨਰੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਉਹਦੇ ਤਿੰਨ ਵੈਲਿਊਜ਼ ਦੇ ਅਸੀਂ ਪੇਅਰ ਬਣਾਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਸਿੰਗਲ ਯੂਨਿਟ ਵੈਲਿਊ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਔਕਟਲ ਦੀ ਰੇਂਜ ਹੈ 0 ਤੋਂ 7 ਦੇ ਵਿੱਚ ਹੈ। जेकर साडी तीनों वैल्यूज पेयर दियां 0 होंदियां तो 0 ਨੂੰ रिप्रेजेंट करेगी। मैक्सिमम टू मैक्सिमम तीनों 1 हो सकदियां ने तो साडी 7 ਨੂੰ रिप्रेजेंट करेगी।
ਇਹਨੂੰ ਇੱਕ ਟੇਬਲ ਦੀ ਫਾਰਮ ਦੇ ਵਿੱਚ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ, ਜਿਸ ਨਾਲ ਕਿ ਤੁਹਾਨੂੰ ਈਜ਼ੀਲੀ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਏਗਾ। 2 ਦੀ ਪਾਵਰ 0, 2 ਦੀ ਪਾਵਰ 1, 2 ਦੀ ਪਾਵਰ 2, यानी कि 1 2 4। हाँ जी, तीन वैल्यू के पेयर बनाने हैं। जेकर तीनों ही वैल्यू साडियां जीरोज होणगियां, अगर तीनों ही वैल्यू जीरो होणगियां तो ऑक्टल दे विच किहड़ा नंबर रिप्रेजेंट किया जाएगा? 0। अगर सिर्फ ते सिर्फ इस पोजीशन दे उत्ते साडा 1 आउंदा है तो किहड़ी वैल्यू रिप्रेजेंट की जाएगी? 1। 2 3 4 5 6 ਅਤੇ ਜੇਕਰ ਤਿੰਨੋਂ ਪੋਜੀਸ਼ਨ ਦੇ ਉੱਤੇ 1 ਆਉਂਦਾ ਹੈ ਤਾਂ 7। ਹਾਂਜੀ, ਜੇਕਰ ਅਸੀਂ ਗੱਲ ਕਰੀਏ ਤਿੰਨ ਪੇਅਰ ਦੀ ਵੈਲਿਊ ਦੀਆਂ ਤਾਂ ਤਿੰਨ ਪੇਅਰ ਤੋਂ ਬਾਅਦ ਇਸ ਵੈਲਿਊ ਤੋਂ ਬਾਅਦ ਕੋਈ ਨਵਾਂ ਹੋਰ ਪੇਅਰ ਰਿਪਰੈਜ਼ੈਂਟ ਨਹੀਂ ਹੋ ਸਕਦਾ, ਚਾਹੇ ਤਾਂ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ। ठीक है, तो ये 8 पेयर बनते हैं। जेकर तीन वैल्यू ਨੂੰ ਅਸੀਂ ਕੰਬਾਈਨ ਕਰਦੇ ਹਾਂ ਤਾਂ ਇਸ 8 पेयर ਦੇ ਨਾਲ 0 ਤੋਂ ਲੈ ਕੇ 7 ਤੱਕ ਅਸੀਂ ਵੈਲਿਊ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਅਸੀਂ ਇੱਕ ਬਾਈਨਰੀ ਨੰਬਰ ਨੂੰ ਆਕਟਲ ਨੰਬਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਉਸ ਪੋਜੀਸ਼ਨ ਦੇ ਵਿੱਚ ਕੀ ਕਰਾਂਗੇ, ਜਦੋਂ ਅਸੀਂ ਇੱਕ ਬਾਈਨਰੀ ਨੰਬਰ ਨੂੰ ਹੈਕਸਾਡੈਸੀਮਲ ਨੰਬਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਇੱਥੇ ਅਸੀਂ ਤਿੰਨ ਵੈਲਿਊ ਦੇ ਪੇਅਰ ਬਣਾਏ ਸੀ, ਉਸ ਦੇ ਵਿੱਚ ਅਸੀਂ 4 ਵੈਲਿਊਜ਼ ਦੇ ਪੇਅਰ ਬਣਾਵਾਂਗੇ। 4 वैल्यू ਦੇ पेयर क्यों ਬਣਨਗੇ उसका कारण मैं ਤੁਹਾਨੂੰ ਦੱਸਦਾ ਹੀ। ਆ ਦੇਖੋ, ਮੈਂ ਹੁਣੀ ਦੱਸ ਕੇ ਹਟਿਆ ਕਿ ਜਿੱਦਾਂ ਹੀ ਅਸੀਂ ਲੈਫਟ ਸਾਈਡ ਤੇ ਮੂਵ ਕਰਦੇ ਆ ਤਾਂ ਪਾਵਰ ਇਨਕਰੀਜ਼ ਹੁੰਦੀ ਹੈ। ਇੱਥੇ ਤੱਕ ਸਾਡੀ ਆਕਟਲ ਵੈਲਿਊਜ਼ ਰਿਪਰੈਜ਼ੈਂਟ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਜੇ ਇੱਕ ਡਿਜਿਟ ਦੀ ਹੋਰ ਅਸੀਂ ਪਾਵਰ ਇਨਕਰੀਜ਼ ਕਰਕੇ ਦੇਖੀਏ 1 2 4, ਇਸ ਦੇ ਨਾਲ 7 ਤੱਕ ਅਸੀਂ ਰਿਪਰੈਜ਼ੈਂਟ ਕਰ ਸਕਦੇ ਸੀਗੇ 8, ਯਾਨੀ ਕਿ 15 ਤੱਕ ਵੈਲਿਊ ਅਸੀਂ ਹੁਣ ਰਿਪਰੈਜ਼ੈਂਟ ਕਰ ਸਕਦੇ ਹਾਂ 4 ਵੈਲਿਊ ਦੇ ਬਾਈਨਰੀ ਪੇਅਰ ਦੇ ਨਾਲ। ਤੇ ਸਾਡੀ ਹੈਕਸਾਡੈਸੀਮਲ ਦੀ ਵੈਲਿਊ ਕਿੰਨੀ ਹੈ, ਰੇਂਜ ਕਿੰਨੀ ਹੈ ਹੈਕਸਾਡੈਸੀਮਲ ਦੀ? 0 ਤੋਂ ਲੈ ਕੇ 15 ਤੱਕ, ਜਿਸ ਨੂੰ F ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਤਾਂ ਹਾਂਜੀ, ਹੁਣ ਅਸੀਂ ਇਸ ਵੈਲਿਊ ਨੂੰ ਹੈਕਸਾਡੈਸੀਮਲ ਦੇ ਵਿੱਚ ਕਨਵਰਟ ਕਰਕੇ ਦੇਖਾਂਗੇ ਕਿ ਹੈਕਸਾਡੈਸੀਮਲ ਦੇ ਵਿੱਚ ਸਾਡਾ ਕੀ ਆਨਸਰ ਆਉਂਦਾ ਹੈ। ਹਾਂਜੀ, 1011.101 ਇਸ ਸਾਈਡ ਤੇ पेयर इस पोजीशन पे बनेगा। 4 वैल्यूज पूरी ने, यह अपने आप में कंप्लीट पेयर हो गया। उस तो बाद इस डायरेक्शन दे विच जावांगे तो 3 वैल्यूज ने, इस पेयर नु कंप्लीट करने लई ਅਸੀਂ राइट हैंड साइड ਦੇ ਉੱਤੇ ਇੱਕ 0 ऐड ਕਰਾਂगे। ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਜੀ, ਜੇਕਰ ਇਸ ਸਾਈਡ ਤੇ पेयर ਕੰਪਲੀਟ ਨਹੀਂ ਹੋ ਰਿਹਾ ਤਾਂ 0 ਲੈਫਟ ਸਾਈਡ ਦੇ ਉੱਤੇ ਐਡ ਹੋਏਗੀ। ਅਗਰ ਡੈਸੀਮਲ ਪੁਆਇੰਟ ਤੋਂ ਬਾਅਦ ਸਾਡਾ पेयर ਕੰਪਲੀਟ ਨਹੀਂ ਹੋ ਰਿਹਾ ਤਾਂ ਉਦੋਂ ਸਾਡੀ 0 ਰਾਈਟ ਸਾਈਡ ਦੇ ਉੱਤੇ ਐਡ ਹੋਏਗੀ। ਹਾਂਜੀ, ਹੁਣ ਇਹਨਾਂ ਦੇ ਉੱਤੇ ਅਸੀਂ ਲਿਖ ਸਕਦੇ ਹਾਂ 8421 8421। ਹਾਂਜੀ, ਹੁਣ ਜੇ ਜਿਸ ਪੋਜੀਸ਼ਨ ਦੇ ਉੱਤੇ 1 ਹੈ ਉਹਨਾਂ ਨੂੰ ਐਡ ਕਰਕੇ ਇੱਕ ਸਿੰਗਲ ਵੈਲਿਊ ਦੇ ਵਿੱਚ ਕਨਵਰਟ ਕਰੀਏ ਤਾਂ 8 + 2 10 + 1 11। 11 ਨੂੰ ਹੈਕਸਾਡੈਸੀਮਲ ਦੇ ਵਿੱਚ ਰਿਪਰੈਜ਼ੈਂਟ ਕਰਦਾ ਸਾਡਾ B ਅਲਫਾਬੈਟ। ਉਸ ਤੋਂ ਬਾਅਦ 8 + 2 यानी कि 10 ਨੂੰ ਹੈਕਸਾਡੈਸੀਮਲ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ A ਅਲਫਾਬੈਟ। ਤਾਂ ਇਸ ਤਰੀਕੇ ਨਾਲ ਸਾਡਾ ਬਾਈਨਰੀ ਤੋਂ ਹੈਕਸਾਡੈਸੀਮਲ ਦੀ ਅਸੀਂ ਕਨਵਰਜਨ ਕਰ ਸਕਦੇ ਹਾਂ। ਤਾਂ ਉਸ ਤੋਂ ਬਾਅਦ ਸਾਡੀ ਥਰਡ ਕਨਵਰਜਨ ਵੱਜਦੀ ਹੈ ਜੀ ਬਾਈਨਰੀ ਟੂ ਡੈਸੀਮਲ ਨੰਬਰ ਸਿਸਟਮ। ਹਾਂਜੀ, ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀਗਾ ਕਿ ਡੈਸੀਮਲ ਨੂੰ ਬਾਈਨਰੀ ਦੇ ਵਿੱਚ ਕਨਵਰਟ ਕੀਤਾ ਸੀ, ਤੇ ਹੁਣ ਅਸੀਂ ਕਰਨ ਜਾ ਰਹੇ ਹਾਂ ਬਾਈਨਰੀ ਟੂ ਡੈਸੀਮਲ। and 1011.101। पहले इस पोर्शन ਨੂੰ ਸੋਲਵ ਕਰਾਂਗੇ। 1 × 2 ਦੀ ਪਾਵਰ 0, 1 × 2 ਦੀ ਪਾਵਰ 1, 0 × 2 ਦੀ ਪਾਵਰ 2 and 1 × 2 ਦੀ ਪਾਵਰ 3। हाँ जी, भी किसी भी चीज की पावर अगर 0 होती है तो 1 होता है। 1 × 1 1, 2 की पावर 1 यानी कि 2, 2 × 1 2। इस जगह पे 0 है जी। कोई भी चीज में अगर असं 0 ना मल्टीप्लाई करांगे तो 0, 2
2 ਦੀ ਪਾਵਰ 3 यानी कि 8 मल्टीप्लाई 1 8 ਹਾਂਜੀ ਸਾਰਿਆਂ ਨੂੰ ਐਡ ਕਰਾਂਗੇ ਤਾਂ ਤੁਹਾਡਾ 11 ਆਨਸਰ ਆਏਗਾ यानी कि जो ਅੱਗੇ ਵਾਲਾ ਪੋਰਸ਼ਨ ਹੈ ਉਸ ਨੂੰ ਡੈਸੀਮਲ ਦੇ ਵਿੱਚ ਕਨਵਰਟ ਕਰਕੇ ਉਹਦਾ ਆਨਸਰ ਆਇਆ ਸਾਡਾ 11 ਹਾਂਜੀ ਹੁਣ ਪੁਆਇੰਟ ਤੋਂ ਬਾਅਦ ਵਾਲਾ ਜੋ 101 ਹੈ ਇਸ ਨੂੰ ਅਲੱਗ ਤੋਂ ਸੋਲਵ ਕਰਾਂਗੇ ਇਸ ਡਾਇਰੈਕਸ਼ਨ ਦੇ ਵਿੱਚ ਸੋਲਵ ਕਰਾਂਗੇ ਹਾਂਜੀ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਜਾਵਾਂਗੇ ਤਾਂ ਸਭ ਤੋਂ ਪਹਿਲਾਂ ਇਹ 1 ਮਲਟੀਪਲਾਈ 1 ਅਪੋਨ 2 ਦੀ ਪਾਵਰ 1 ਇਸ ਸਾਈਡ ਦੇ ਉੱਤੇ ਮਲਟੀਪਲੀਕੇਸ਼ਨ ਹੋ ਰਹੀ ਹੈ ਇਸ ਸਾਈਡ ਦੇ ਉੱਤੇ ਡੈਸੀਮਲ ਤੋਂ ਬਾਅਦ ਡਿਵੀਜ਼ਨ ਹੋ ਰਹੀ ਹੈ 0 ਨੂੰ ਕਿਸੇ ਵੀ ਚੀਜ਼ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਉਹ 0 ਹੋ ਜਾਏਗਾ ਜੀ ਉਸ ਤੋਂ ਬਾਅਦ ਇਹ ਵਾਲਾ 1 ਮਲਟੀਪਲਾਈ 1 ਅਪੋਨ 2 ਦੀ ਪਾਵਰ 3 ਹਾਂਜੀ ਅਗਰ ਇਸ ਨੂੰ ਸੋਲਵ ਕਰੀਏ ਤਾਂ ਇਹ ਤੁਹਾਡਾ ਆਏਗਾ 1 ਅਪੋਨ 2 ਇਸ ਨੂੰ ਸੋਲਵ ਕਰਾਂਗੇ ਤਾਂ 0 ਆਏਗਾ ਇਸ ਨੂੰ ਸੋਲਵ ਕਰੋਗੇ ਤਾਂ ਸੋਲਵ किस तरीके ਨਾਲ होगा 1 upon 2 ਦੀ ਪਾਵਰ 3 यानी कि 1 upon 8 1 multiply 1 upon 8 यानी कि 1 upon 8 ਹਾਂਜੀ 1 upon 2 ਆਪਣਾ ਆਏਗਾ 0.5 0 ਨੂੰ ਨੈਗਲੈਕਟ ਕਰ ਰਹੇ ਹਾਂ 1 upon 8 ਸਾਡਾ ਆਏਗਾ 0.125 ਅਗਰ ਦੋਨਾਂ ਨੂੰ ਐਡ ਕਰੀਏ ਤਾਂ 0.625 ਹਾਂਜੀ ਸਾਡੇ ਬਾਹਰ ਵਾਲੇ ਪੋਰਸ਼ਨ ਦਾ ਜੋ ਆਨਸਰ ਆਇਆ ਡੈਸੀਮਲ ਦੇ ਵਿੱਚ ਕਨਵਰਟ ਕਰਕੇ 0.625 ਅੱਗੇ ਵਾਲੇ ਦਾ ਹੈ 11 ਅਗਰ ਦੋਨਾਂ ਨੂੰ ਕੰਬਾਈਨ ਅਸੀਂ ਕਰੀਏ ਤਾਂ ਸਾਡਾ ਰਿਜ਼ਲਟ ਆ ਰਿਹਾ ਹੈ 11.625 ਤਾਂ ਇਸ ਤਰੀਕੇ ਨਾਲ ਅਸੀਂ ਆਪਣੇ ਬਾਈਨਰੀ ਨੰਬਰ ਨੂੰ ਹੈ ਜੋ ਡੈਸੀਮਲ ਨੰਬਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਤਾਂ ਇਸ ਤੋਂ ਬਾਅਦ ਜੋ ਹੁਣ ਅਸੀਂ ਕਨਵਰਜਨ ਕਰਾਂਗੇ ਆਕਟਲ ਨੰਬਰ ਸਿਸਟਮ ਦੀ ਕਨਵਰਜਨ ਕਰਾਂਗੇ ਕਿ ਆਕਟਲ ਨੰਬਰ ਸਿਸਟਮ ਨੂੰ ਕਿਵੇਂ ਅਸੀਂ ਦੂਸਰੇ ਬਾਕੀ ਦੇ ਨੰਬਰ ਸਿਸਟਮ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਹੋ ਸਕਦਾ ਪਹਿਲੀ ਵਾਰ ਕਰਨ ਦੇ ਵਿੱਚ ਆਪ ਸਭ ਨੂੰ ਕੋਈ ਦਿੱਕਤ ਆਵੇ ਲੇਕਿਨ ਅਗਰ ਪ੍ਰੈਕਟਿਸ ਕਰੋਗੇ ਤਾਂ ਇਹ ਕਾਫੀ ਈਜ਼ੀਲੀ ਲੱਗਦਾ ਹੈਗਾ ਤਾਂ ਘਬਰਾਉਣ ਵਾਲੀ ਗੱਲ ਨਹੀਂ ਕਾਫੀ ਈਜ਼ੀ ਟਾਸਕ ਹੈਗਾ ਬਟ ਡਿਪੈਂਡ ਔਨ ਯੂਅਰ ਪ੍ਰੈਕਟਿਸ ਹਾਂਜੀ ਹੁਣ ਕੋਈ ਵੀ ਇੱਕ ਆਕਟਲ ਵੈਲਿਊ ਲੈ ਲਓ ਜਿਸ ਨੂੰ ਕਿ ਅਸੀਂ ਕਨਵਰਟ ਕਰਨਾ ਹੈ ਸਭ ਤੋਂ ਪਹਿਲਾਂ ਆਕਟਲ ਦੀ ਬੇਸ ਵੈਲਿਊ ਹੈ 8 ਇਸ ਨੂੰ ਕਿਸ ਨੰਬਰ ਦੇ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ ਬਾਈਨਰੀ ਦੇ ਵਿੱਚ ਡੈਸੀਮਲ ਦੇ ਵਿੱਚ ਅਤੇ ਹੈਕਸਾਡੈਸੀਮਲ ਦੇ ਵਿੱਚ ਹਾਂਜੀ ਤੇ ਜੇਕਰ ਇੱਕ ਕੋਈ ਆਕਟਲ ਵੈਲਿਊ ਲੈ ਲਓ ਐਜ਼ ਅ ਐਗਜ਼ਾਮਪਲ 74.45 ਹਾਂਜੀ ਇਹ ਸਾਡੀ ਇੱਕ ਆਕਟਲ ਵੈਲਿਊ ਹੈ ਕਿਉਂਕਿ ਆਕਟਲ ਦੀ ਰੇਂਜ 0 ਤੋਂ ਲੈ ਕੇ 7 ਤੱਕ ਹੁੰਦੀ ਹੈ ਹੁਣ ਆਕਟਲ ਨੂੰ ਜੇਕਰ ਅਸੀਂ ਬਾਈਨਰੀ ਦੇ ਵਿੱਚ ਕਨਵਰਟ ਕਰਨਾ ਹੈ ਹਾਂਜੀ ਹੁਣੀ ਅਸੀਂ 2 ਮਿੰਟ ਪਹਿਲਾਂ ਹੀ ਕਰਕੇ ਤੇ ਬਾਈਨਰੀ ਨੂੰ ਆਕਟਲ ਦੇ ਵਿੱਚ ਕਨਵਰਟ ਕੀਤਾ ਸੀ ਤੇ ਹੁਣ ਆਕਟਲ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਅਸੀਂ ਕੀ ਕਰਾਂਗੇ 74.45 ਬਾਈਨਰੀ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਹਰ ਇੱਕ ਸਿੰਗਲ ਡਿਜਿਟ ਵੈਲਿਊ ਨੂੰ ਇੱਕ ਤਿੰਨ ਪੇਅਰ ਦੇ ਵਿੱਚ ਤਿੰਨ ਵੈਲਿਊ ਦੇ ਪੇਅਰ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ ਉਹ ਪੇਅਰ ਦੀ ਵੈਲਿਊ ਹੈਗੀ 4 2 1 4 2 1 4 2 1 ਐਂਡ 4 2 1 ਹਾਂਜੀ 7 ਨੂੰ ਰਿਪਰੈਜ਼ੈਂਟ ਕਰਨਾ ਤਾਂ 1 ਕਿਸ ਪੋਜੀਸ਼ਨ ਦੇ ਉੱਤੇ ਆਏਗਾ 1 1 1 ਤਿੰਨੋਂ ਪੋਜੀਸ਼ਨ ਦੇ ਉੱਤੇ 1 ਆਏਗਾ 4 ਨੂੰ ਰਿਪਰੈਜ਼ੈਂਟ ਕਰਨਾ ਹੈ ਤਾਂ ਸਿਰਫ ਤੇ ਸਿਰਫ 4 ਦੇ ਨੀਚੇ 1 ਆਏਗਾ ਬਾਕੀ ਦੋਨੋਂ ਡਿਜਿਟ ਦੇ ਨੀਚੇ 0 ਡੈਸੀਮਲ ਪੁਆਇੰਟ ਸਾਡਾ ਨੀਚੇ ਆ ਗਿਆ 4 ਨੂੰ ਫੇਰ ਤੋਂ ਰਿਪਰੈਜ਼ੈਂਟ ਕਰਨਾ ਹੈ ਤਾਂ 1 0 0 5 ਨੂੰ ਰਿਪਰੈਜ਼ੈਂਟ ਕਰਨਾ ਹੈ ਤਾਂ 1 0 1 ਆ ਲਓ ਜੀ ਇਹ ਸਾਡਾ ਆਕਟਲ ਨੰਬਰ ਬਾਈਨਰੀ ਨੰਬਰ ਦੇ ਵਿੱਚ ਰਿਪਰੈਜ਼ੈਂਟ ਹੋ ਗਿਆ ਇਸ ਤਰੀਕੇ ਨਾਲ ਅਸੀਂ ਆਪਣੇ ਆਕਟਲ ਨੰਬਰ ਨੂੰ ਬਾਈਨਰੀ ਨੰਬਰ ਚ ਕਨਵਰਟ ਕਰ ਸਕਦੇ ਹਾਂ ਇਸ ਤੋਂ ਬਾਅਦ ਅਗਰ ਇੱਕ ਸਾਡੇ ਆਕਟਲ ਨੰਬਰ ਨੂੰ ਹੈਕਸਾਡੈਸੀਮਲ ਨੰਬਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਉਹਦੇ ਲਈ ਦੇਖੋ ਜੀ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਜੋ ਸਾਡਾ ਆਕਟਲ ਨੰਬਰ ਹੈ ਉਸ ਨੂੰ ਅਸੀਂ ਬਾਈਨਰੀ ਦੇ ਵਿੱਚ ਕਨਵਰਟ ਕਰਾਂਗੇ ਉਸ ਤੋਂ ਬਾਅਦ ਉਸ ਬਾਈਨਰੀ ਨੰਬਰ ਨੂੰ ਅਸੀਂ ਹੈਕਸਾਡੈਸੀਮਲ ਦੇ ਵਿੱਚ ਕਨਵਰਟ ਕਰਾਂਗੇ ਤਾਂ ਯਾਨੀ ਕਿ ਸਾਡਾ ਇੱਕ ਸਟੈਪ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਆਕਟਲ ਨੰਬਰ ਨੂੰ ਅਸੀਂ ਬਾਈਨਰੀ ਨੰਬਰ ਦੇ ਵਿੱਚ ਕਨਵਰਟ ਕਰ ਚੁੱਕੇ ਹਾਂ ਹੁਣ ਅਸੀਂ ਬਾਈਨਰੀ ਨੰਬਰ ਨੂੰ ਹੈਕਸਾਡੈਸੀਮਲ ਨੰਬਰ ਦੇ ਵਿੱਚ ਕਨਵਰਟ ਕਰਨਾ ਹੈ
ਬਾਈਨਰੀ ਨੰਬਰ ਨੂੰ ਹੈਕਸਾਡੈਸੀਮਲ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਹੁਣੇ ਅਸੀਂ ਕਰਕੇ ਹਟੇ ਆ ਕਿ ਜੋ ਸਾਡਾ ਇੱਕ ਬਾਈਨਰੀ ਨੰਬਰ ਹੈ ਉਸ ਨੂੰ ਅਗਰ ਹੈਕਸਾਡੈਸੀਮਲ ਚ ਲੈ ਕੇ ਜਾਣਾ ਤਾਂ ਚਾਰ ਚਾਰ ਵੈਲਿਊਜ਼ ਦੇ ਪੇਅਰ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ। ਹਾਂਜੀ ਤਾਂ ਇਹਦੇ ਲਈ ਅਸੀਂ ਕੀ ਕਰਾਂਗੇ ਡੈਸੀਮਲ ਤੋਂ ਅੱਗੇ ਵਾਲੀ ਵੈਲਿਊਜ਼ ਦਾ 4 ਦਾ ਪੇਅਰ, ਇੱਥੇ ਵੈਲਿਊਜ਼ ਦਾ 4 ਵੈਲਿਊਜ਼ ਕੰਪਲੀਟ ਨਹੀਂ ਤਾਂ ਅਸੀਂ ਕੀ ਕਰਾਂਗੇ ਮੈਂ ਲਾਸਟ ਟਾਈਮ ਦੱਸਿਆ ਸੀ ਕਿ ਡੈਸੀਮਲ ਪੁਆਇੰਟ ਤੋਂ ਲੈਫਟ ਸਾਈਡ ਅਗਰ ਸਾਡੇ ਪੇਅਰ ਦੀ ਵੈਲਿਊ ਕੰਪਲੀਟ ਨਹੀਂ ਹੈ ਤਾਂ ਲੈਫਟ ਸਾਈਡ ਦੇ ਉੱਤੇ ਜ਼ੀਰੋਜ਼ ਐਡ ਹੋਣਗੀਆਂ। ਉਸ ਤੋਂ ਬਾਅਦ ਅਗਰ ਗੱਲ ਕਰੀਏ ਅਸੀਂ ਰਾਈਟ ਸਾਈਡ ਤੇ ਤਾਂ ਇਹ ਸਾਡਾ ਇੱਕ 4 ਦਾ ਪੇਅਰ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਫਿਰ ਇੱਥੇ ਸਾਡਾ 4 ਦਾ ਪੇਅਰ ਕੰਪਲੀਟ ਨਹੀਂ ਤਾਂ ਰਾਈਟ ਹੈਂਡ ਸਾਈਡ ਤੇ ਅਸੀਂ ਦੋ ਜ਼ੀਰੋਜ਼ ਐਡ ਕਰਾਂਗੇ। ਹਾਂਜੀ ਤਾਂ ਇਹਨਾਂ ਦੀ ਵੈਲਿਊਜ਼ ਕੀ ਹੋਣਗੀਆਂ 8421 8421 8421 8421। ਹਾਂਜੀ इस पेयर की वैल्यू की आएगी 3, इस पेयर की वैल्यू 8 + 4 12 12 ਨੂੰ ਅਗਰ ਰਿਪਰੈਜ਼ੈਂਟ ਕਰਨਾ ਤਾਂ ਅਸੀਂ ਕਿਸ ਨੰਬਰ ਦੇ ਵਿੱਚ ਅਲਫਾਬੈਟ ਦੇ ਵਿੱਚ ਰਿਪਰੈਜ਼ੈਂਟ ਹੋ ਗਿਆ C 8 + 1 9 ਇੱਥੇ ਸਿਰਫ ਤੇ ਸਿਰਫ 4 ਦੀ ਪੋਜੀਸ਼ਨ ਦੇ ਉੱਤੇ 1 ਹੈ ਤਾਂ 4 ਤਾਂ ਇਸ ਤਰੀਕੇ ਨਾਲ ਸਾਡਾ ਜੋ ਇੱਕ ਆਕਟਲ ਨੰਬਰ ਉਹਨੂੰ ਅਸੀਂ ਪਹਿਲਾਂ ਬਾਈਨਰੀ ਚ ਕਨਵਰਟ ਕਰਾਂਗੇ ਉਸ ਤੋਂ ਬਾਅਦ ਉਸ ਬਾਈਨਰੀ ਨੰਬਰ ਨੂੰ ਹੈਕਸਾਡੈਸੀਮਲ ਦੇ ਵਿੱਚ ਕਨਵਰਟ ਕਰਾਂਗੇ। ਤਾਂ ਇਹ ਹੋ ਗਿਆ ਸਾਡਾ ਆਕਟਲ ਟੂ ਬਾਈਨਰੀ ਵੀ ਹੋ ਗਿਆ ਆਕਟਲ ਟੂ ਹੈਕਸਾਡੈਸੀਮਲ ਵੀ ਹੋ ਗਿਆ। ਇਸ ਤੋਂ ਬਾਅਦ ਸਾਡੀ ਥਰਡ ਕਨਵਰਜ਼ਨ ਹੈ ਆਕਟਲ ਟੂ ਡੈਸੀਮਲ ਨੰਬਰ ਸਿਸਟਮ। ਹਾਂਜੀ ਇਹਦੇ ਲਈ ਦੇਖੋ ਅਸੀਂ ਕੀ ਕਰਾਂਗੇ ਆਪਣੇ ਲਾਸਟ ਲੈਕਚਰ ਦੇ ਵਿੱਚ ਅਸੀਂ ਨੇ ਡੈਸੀਮਲ ਨੂੰ ਆਕਟਲ ਦੇ ਵਿੱਚ ਕਨਵਰਟ ਕੀਤਾ ਸੀਗਾ ਇਸ ਦੇ ਵਿੱਚ ਅਸੀਂ ਕਰਾਂਗੇ ਆਕਟਲ ਨੂੰ ਡੈਸੀਮਲ ਦੇ ਵਿੱਚ ਕਨਵਰਟ 7 4.45 4 ਮਲਟੀਪਲਾਈ 8 ਦੀ ਪਾਵਰ 0 7 ਮਲਟੀਪਲਾਈ 8 ਦੀ ਪਾਵਰ 1 ਕਿਸੇ ਵੀ ਚੀਜ਼ ਦੀ ਪਾਵਰ 0 ਹੈ ਤਾਂ ਉਹਨੂੰ 1 ਕਾਊਂਟ ਹੋਏਗਾ 4 ਮਲਟੀਪਲਾਈ 1 यानी कि 4 8 ਦੀ ਪਾਵਰ 1 यानी कि 8 8 ਮਲਟੀਪਲਾਈ 7 यानी कि 56 ਦੋਨਾਂ ਨੂੰ ਐਡ ਕੀਤਾ ਤਾਂ 60 ਸਾਡਾ ਫਸਟ ਵਾਲਾ ਪੋਰਸ਼ਨ ਸੋਲਵ ਹੋ ਗਿਆ। ਇਸ ਵਾਲੇ ਪੋਰਸ਼ਨ ਨੂੰ ਸੋਲਵ ਕਰਨੇ ਦਾ ਕੀ ਕਰਾਂਗੇ 4 5 4 ਮਲਟੀਪਲਾਈ 1 upon 8 ਦੀ ਪਾਵਰ 1 प्लस 5 मल्टीप्लाई 1 upon 8 ਦੀ ਪਾਵਰ 2। ਹਾਂਜੀ ਇਸ ਨੂੰ ਅਸੀਂ ਕੀ ਲਿਖ ਸਕਦੇ ਹਾਂ 4 upon 8 ਹਾਂਜੀ ਇਸ ਨੂੰ 8 मल्टीप्लाई 8 64 यानी कि 5 upon 64 ਇਸ ਨੂੰ ਸੋਲਵ ਕਰੀਏ ਤਾਂ 4 upon 8 यानी कि 1 upon 2 ਤੇ ਇਸ ਦੀ ਵੈਲਿਊ ਹੈਗੀ 0.5 प्लस ਹਾਂਜੀ 5 डिवाइड बाय 64 करिए ਹਾਂਜੀ ਇਸ ਦੀ ਵੈਲਿਊ ਹੈਗੀ 0.078 ਜਾਂ ਤੁਸੀਂ ਇਸ ਤਰੀਕੇ ਨਾਲ ਸੋਲਵ ਕਰਕੇ ਵੀ ਦੇਖ ਸਕਦੇ ਹੋ ਕਿ 5 ਨੂੰ ਡਿਵਾਈਡ ਕਰਨਾ ਹੈਗਾ ਆਪਾਂ 64 ਨਾਲ ਤਾਂ ਇੱਥੇ 0 ਐਡ ਹੋ ਗਈ ਇੱਕ 0 ਹੋਰ ਐਡ ਕਰੀ पॉइंट तो बाद 0 ऐड होएगी इस तो बाद 7 ਤੇ ਜਾਏਗਾ ਉਸ ਤੋਂ ਬਾਅਦ ਫਿਰ ਇਹ ਇਸ ਤਰੀਕੇ ਨਾਲ ਸੋਲਵ ਹੋਏਗਾ। ਤਾਂ ਇਹ ਦੋਨੋਂ ਆਨਸਰਸ ਨੂੰ ਅਗਰ ਐਡ ਕੀਤਾ ਜਾਏ ਤਾਂ ਕੀ ਵੈਲਿਊ ਆਏਗੀ 0.578 ਹਾਂਜੀ ਇਹ ਲਾਸਟ ਵਾਲੇ ਪੇਅਰ ਦੀ ਵੈਲਿਊ ਹੈ ਤੇ ਇਹ ਸਾਡੇ ਅਪਰ ਪੇਅਰ ਦੀ ਵੈਲਿਊ ਹੈ ਦੋਨਾਂ ਨੂੰ ਕੰਬਾਈਨ ਕਰੀਏ ਤਾਂ ਆਨਸਰ ਕੀ ਆਏਗਾ 60.578। ਤਾਂ ਇਸ ਤਰੀਕੇ ਨਾਲ ਅਸੀਂ ਆਪਣੇ ਇੱਕ ਆਕਟਲ ਨੰਬਰ ਨੂੰ ਡੈਸੀਮਲ ਨੰਬਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਹਾਂਜੀ ਇਸ ਤੋਂ ਬਾਅਦ ਸਾਡੀ ਲਾਸਟ ਕਨਵਰਜ਼ਨ ਪੈਂਡਿੰਗ ਹੈ ਹੈਕਸਾਡੈਸੀਮਲ ਨੰਬਰ ਸਿਸਟਮ ਦੀ ਕਨਵਰਜ਼ਨ ਕਿ ਅਸੀਂ ਹੈਕਸਾਡੈਸੀਮਲ ਨੰਬਰ ਸਿਸਟਮ ਨੂੰ ਕਨਵਰਟ ਕਰਨਾ ਆਪਣੇ ਬਾਕੀ ਦੇ ਨੰਬਰ ਸਿਸਟਮ ਦੇ ਵਿੱਚ। ਹਾਂਜੀ ਹੈਕਸਾਡੈਸੀਮਲ ਦੀ ਬੇਸ ਵੈਲਿਊ 16 ਕਿਸ ਨੰਬਰ ਚ ਕਨਵਰਟ ਕਰ ਸਕਦੇ ਹਾਂ ਇਹਨੂੰ ਬਾਈਨਰੀ ਦੇ ਵਿੱਚ ਆਕਟਲ ਦੇ ਵਿੱਚ ਅਤੇ ਡੈਸੀਮਲ ਨੰਬਰ ਸਿਸਟਮ ਦੇ ਵਿੱਚ।
हाँ जी, कोई एक एग्जांपल ले लो साडे हेक्साडेसिमल नंबर सिस्टम दी। 3C.B। हाँ जी, ये साडा एक हेक्साडेसिमल नंबर सिस्टम है। इसनूं ਅਸੀਂ ਪਹਿਲਾਂ ਕਨਵਰਟ ਕਰਾਂਗੇ ਬਾਈਨਰੀ ਦੇ ਵਿੱਚ। हाँ जी, देखो बाइनरी ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਕਨਵਰਟ ਕਰਾਂਗੇ। 3C.B। अगर एक हेक्साडेसिमल ਨੂੰ ਬਾਈਨਰੀ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਤਾਂ ਅਸੀਂ 4 ਵੈਲਿਊ ਦੇ ਪੇਅਰ ਦੇ ਵਿੱਚ ਉਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਯਾਨੀ ਕਿ 8 4 2 1 8 4 2 1 8 4 2 1। हाँ जी, 3 ਨੂੰ रिप्रेजेंट करने ना की वैल्यू आएगी 0 0 1 1। C ਨੂੰ रिप्रेजेंट करना है, C की वैल्यू कितनी होगी 12, यानी कि इस पेयर की वैल्यू कितनी रिप्रेजेंट होगी 1 1 0 0। B यानी कि 11 11 की वैल्यू रिप्रेजेंट करनी है तो 1 0 1 1। हाँ जी, तो इस तरीके नाल हेक्साडेसिमल की कन्वर्जन हो गई है साडे बाइनरी नंबर सिस्टम दे विच। तो इस तरीके नाल असीं हेक्साडेसिमल नूं बाइनरी च कन्वर्ट करांगे ते उस तो बाद हेक्साडेसिमल नूं अगर ऑक्टल दे विच कन्वर्ट करना है तो इत्थे भी असीं उसे तरीके नाल करांगे कि पहला साडा हेक्साडेसिमल नूं बाइनरी दे विच, उस तो बाद बाइनरी दे तीन तीन दे पेयर बना के ऑक्टल दे विच कन्वर्ट कर सकते हैं। तो इन्ना पार्ट असीं ऑलरेडी कर चुके हैं। हेक्साडेसिमल नूं बाइनरी दे विच कन्वर्ट कर लिया, तो हुण बाइनरी नूं अगर ऑक्टल दे विच कन्वर्ट करना है तो की करना है, जो साडा बाइनरी दे विच आंसर आया उहनूं तीन तीन दे पेयर बना के उहनूं रिप्रेजेंट करांगे। आ तीन दा पेयर हो गई, उस तो बाद आ वाली तीन दा पेयर हो गया। उस तो बाद अगर सिर्फ ते सिर्फ साडीआं जीरोज ने, ਅਸੀਂ ਇਹਨਾਂ ਨੂੰ नेगलेक्ट भी कर सकते हैं इस पेयर ਨੂੰ। उस तो बाद इस डायरेक्शन ਦੇ ਵਿੱਚ पेयर होंगे। आ पेयर कंप्लीट हो गया, लास्ट ते सिंगल वैल्यू बच गई। तो इस पेयर ਨੂੰ कंप्लीट करने ਦੇ ਲਈ दो जीरोज होर ऐड होਣਗੀਆਂ। हाँ जी, 4 2 1 4 2 1 4 2 1 4 2 1। इस पेयर की वैल्यू आएगी जी 7, इस पेयर की वैल्यू आएगी जी 4, हाँ जी, इस पेयर की वैल्यू आएगी 5, ते लास्ट वाले पेयर की वैल्यू आएगी 4। तो ये साडा हेक्साडेसिमल साडे ऑक्टल नंबर सिस्टम दे विच कन्वर्ट हो गया। ते इस तो बाद लास्ट साडी कन्वर्जन पेंडिंग है जी हेक्साडेसिमल नूं डेसिमल नंबर सिस्टम दे विच किस तरीके नाल कन्वर्ट करना है। हाँ जी, ये विच असीं देखो की करांगे 3C.B। ए वाला क्वेश्चन अलग तो सॉल्व होएगा। C का मतलब 12 12 मल्टीप्लाई 16 दी पावर 0, 3 मल्टीप्लाई 16 दी पावर 1। क्योंकि हेक्साडेसिमल नु डेसिमल दे विच लेके जा रहे हैं तो मल्टीप्लिकेशन हेक्साडेसिमल दी बेस वैल्यू दे नाल होएगी। हाँ जी, किसी भी चीज की पावर 0 है तो 1 है। 12 मल्टीप्लाई 1 12, 16 की पावर 1 यानी 16, 16 मल्टीप्लाई बाय 3 48, 60 इज आंसर। उस तो बाद इस b ਨੂੰ ਸੋਲਵ ਕਰਾਂਗੇ। b ਅਲਫਾਬੈਟ ਕਿੰਨੀ ਵੈਲਿਊ ਨੂੰ ਰਿਪਰੈਜ਼ੈਂਟ ਕਰਦਾ ਹੈ 11, 11 ਮਲਟੀਪਲਾਈ 1 upon 16 ਦੀ ਪਾਵਰ 1। ठीक है जी। उस तो बाद इस चीज ਨੂੰ ਅਸੀਂ रिप्रेजेंट कर सकते हैं 1 upon 16 यानी कि 11 upon 16। अगर इस चीज ਨੂੰ सॉल्व करिए तो ਇਹਦਾ आंसर आएगा जी 0.68। ठीक है जी, ये साडे बाद वाले क्वेश्चन का आंसर आ गया, ये फर्स्ट वाले क्वेश्चन का आंसर आ गया। अगर ਅਸੀਂ ਦੋਨਾਂ ਨੂੰ ਕੰਬਾਈਨ ਕਰੀਏ 60.68 ਤਾਂ ਇਹ ਸਾਡਾ ਹੈਕਸਾਡੈਸੀਮਲ ਦੀ ਡੈਸੀਮਲ ਦੇ ਵਿੱਚ ਕਨਵਰਜਨ ਹੋਊਗੀ। ਤਾਂ ਇਸ ਤਰੀਕੇ ਨਾਲ ਸਾਡੀ ਕਨਵਰਜਨਸ ਕੰਪਲੀਟ ਹੋਣੀਆਂ ਨੇ ਜੀ। ਸਾਡੇ ਚਾਰੋਂ ਨੰਬਰ ਸਿਸਟਮ ਬਾਈਨਰੀ, ਆਕਟਲ, ਡੈਸੀਮਲ, ਹੈਕਸਾਡੈਸੀਮਲ
ਸਾਰਿਆਂ ਨੂੰ ਇੱਕ ਦੂਸਰੇ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਆ। ਉਹਦੇ 12 ਮੈਥਡ ਹੋ ਗਏ ਟੋਟਲ, ਸਾਰੇ ਦੇ ਸਾਰੇ ਅਸੀਂ ਆਪਣੀ ਲਾਸਟ ਵੀਡੀਓ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਕਵਰ ਅਪ ਕਰ ਚੁੱਕੇ ਆ। ਉਮੀਦ है कि आप सब ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਸਮਝ ਆਇਆ ਹੋਵੇਗਾ। ਲੇਕਿਨ ਅਗਰ ਫੇਰ ਵੀ ਆਪ ਜੀ ਨੂੰ ਕੋਈ ਵੀ ਇਸ ਵੀਡੀਓ ਦੇ ਵਿੱਚ ਦਿੱਕਤ ਹੈ ਤਾਂ ਆਪਣਾ ਕੁਐਸਚਨ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਤੇ ਸਾਡੀਆਂ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ। ਨਵੀਂ ਵੀਡੀਓ ਦੀ ਅਪਡੇਸ਼ਨ ਦੇ ਲਈ ਤੇ ਨੋਟੀਫਿਕੇਸ਼ਨ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਿਸ਼ਚੈ ਐਜੂਕੇਸ਼ਨ ਸਰਵਿਸਿਜ਼ ਦੇ ਅਫੀਸ਼ੀਅਲ YouTube ਚੈਨਲ ਨੂੰ। ਤੇ ਬਹੁਤ ਹੀ ਜਲਦ ਆਪਦੇ ਕੋਲ ਫੇਰ ਤੋਂ ਹਾਜ਼ਰ ਹੋਵਾਂਗੇ ਕਿਸੇ ਹੋਰ ਨਵੇਂ ਟੌਪਿਕ ਦੇ ਉੱਤੇ ਵੀਡੀਓ ਲੈ ਕੇ। ਉਦੋਂ ਤੱਕ ਲਈ ਲਵ ਯੂ ਜ਼ਿੰਦਗੀ।